ਸਾਹਿਬ ਜੀ। ਗੌੜੀ ਮਹੱਲਾ ਨੌਵਾਂ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਇਆਲ ਸਗਲ ਭੈ ਭੰਜਨ, ਸ਼ਰਨ ਤਾਹੇ ਤੁਮ ਪਰ ਰੇ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਇਆਲ ਸਗਲ ਪੈ ਭੰਜਨ, ਸ਼ਰਨ ਤਾਹੇ ਤੁਮ ਪਰ ਰੇ। ਰਹਾਉ। ਵੇਦ ਪੁਰਾਨ ਜਾਸ ਗੁਣ ਗਾਵਤ, ਤਾਕੋ ਨਾਮ ਹੀਏ ਮੋਹ ਧਰ ਰੇ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸ ਮਲ ਸਭ ਹਰ ਰੇ। ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕਰੁਣਾਮੈ, ਭਵ ਸਾਗਰ ਕਾ ਪਾਰ ਉਤਰ ਰੇ। ਨਾਨਕ ਕਹਿਤ ਗਾਏ ਕਰੁਣਾਮੈ, ਭਵ ਸਾਗਰ ਕੈ ਪਾਰ ਉਤਰ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਾਵਰ ਤਖਤ ਸਿੰਘਾਸਨ ਦੇ ਮਾਲਕ ਜਹਰਾ ਜਹੂਰ ਹਾਜ਼ਰ ਹਜੂਰ, ਸਰਬ ਕਲਾਂ ਭਰਪੂਰ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਮੁਬਾਰਕ ਪਵਿੱਤਰ ਗੋਦ ਅੰਦਰ ਹਾਜ਼ਰੀਨ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀਆਂ ਨੇ ਸ਼ਾਮ ਦੇ ਦੀਵਾਨਾਂ ਦੀ ਬਖਸ਼ਿਸ਼ ਕੀਤੀ। ਸੱਜੇ ਦੀਵਾਨਾਂ ਅੰਦਰ ਸੋਦਾ ਰਹਿਰਾਸ ਸਾਹਿਬ ਜੀ ਕੇ ਜਾਪ ਉਪਰੰਤ ਅੰਮ੍ਰਿਤ ਬਾਣੀ का कीर्तन आप जिया ने श्रवण किया। आओ जो लड़ीवार सतगुरु गुरु तेग बहादुर महाराज जी की बाणी की विचार चल रही है। वो विचार नाल जुड़न तो पहला सतगुरां जी के पास साफ दान एकाग्र चीत मन चित एकाग्र कर रसना नूं पवित्र करदियां होइयां फतेह दी सांझ पाईए। वाहिगुरू जी का खालसा, वाहिगुरू जी की फतेह। साहिब सतगुरु गुरु तेग बहादुर महाराज
ਜਿਨ੍ਹਾਂ ਦੇ ਮੁਬਾਰਕ ਬਚਨ ਇਹ ਗੌੜੀ ਰਾਗ ਦਾ 9ਵਾਂ ਸ਼ਬਦ ਹੈ। ਗੌੜੀ ਰਾਗ ਦਾ ਇਹ ਅਖੀਰਲਾ ਸ਼ਬਦ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਸਤਿਗੁਰਾਂ ਦੇ ਪਾਵਨ ਸ਼ਬਦਾਂ ਦੀ ਗਿਣਤੀ 59 ਹੈ, 59। ਔਰ ਦਇਆ ਦੇ ਘਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਪਾਵਨ ਪਾਕ ਬਾਣੀ 31 ਰਾਗਾਂ ਦੇ ਵਿੱਚੋਂ 15 ਰਾਗਾਂ ਦੇ ਅੰਦਰ ਦਰਜ ਹੈ। ਔਰ ਗੌੜੀ ਰਾਗ ਦੇ ਅੰਦਰ 9 ਸ਼ਬਦ ਨੇ ਔਰ ਇਹ ਅਖੀਰਲਾ 9ਵਾਂ ਸ਼ਬਦ ਹੈ ਜਿਸ ਦਾ ਆਪ ਜੀਆਂ ਨੇ ਪਾਠ ਰੂਪ ਦੇ ਅੰਦਰ ਜਾਪ ਸਰਵਨ ਕੀਤਾ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਪਿਛਲੇ ਸ਼ਬਦਾਂ ਦੇ ਅੰਦਰ ਆਪਾਂ ਬੜੇ ਗੌਰ ਦੇ ਨਾਲ ਵਾਚਦੇ ਆ ਰਹੇ ਹਾਂ। ਸਾਹਿਬ ਨੇ ਬਹੁਤਾਤ ਅੰਦਰ ਜੀਵ ਨੂੰ ਸੋਝੀ ਦਿੰਦਿਆਂ ਹੋਇਆਂ ਇਹ ਮਨੁੱਖਾ ਜਨਮ ਕਿੰਨਾ ਦੁਰਲਭ ਹੈ, ਕਿੰਨਾ ਕੀਮਤੀ ਹੈ, ਇਹ ਬਚਨ ਕਰਦਿਆਂ ਹੋਇਆਂ ਸਤਿਗੁਰਾਂ ਨੇ ਇਹ ਮਨੁੱਖਾ ਜਨਮ ਦੇ ਅੰਦਰ ਪ੍ਰੀਤਮ ਪਿਆਰੇ ਦੀ ਪ੍ਰਾਪਤੀ ਲਈ ਵੱਖ-ਵੱਖ ਸ਼ਬਦਾਂ ਦੇ ਅੰਦਰ ਵੱਖ-ਵੱਖ ਉਦਾਹਰਨਾਂ ਤਹਿਤ ਉਪਦੇਸ਼ ਦਿੱਤਾ। ਉਹਦਾ ਕਾਰਨ ਇਹ ਹੈ ਕਿ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਵੇਂ ਦੀਆਂ ਉਦਾਹਰਨਾਂ ਪਾਕ ਬਾਣੀ ਦੇ ਅੰਦਰ ਵਰਤੀਆਂ, ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਬਾਅਦ ਸਭ ਤੋਂ ਵੱਧ ਤੇ ਲੰਮੇ ਪ੍ਰਚਾਰਕ ਦੌਰਿਆਂ ਦੇ ਉੱਪਰ 9ਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਬੰਗਾਲ, ਅਸਾਮ ਇੱਧਰਲੇ ਇਹ ਸਾਰੀਆਂ ਦਿਸ਼ਾਵਾਂ ਵੱਲ ਸਤਿਗੁਰਾਂ ਜੀ ਨੇ ਭ੍ਰਮਣ ਕੀਤਾ। ਵੱਖ-ਵੱਖ ਥਾਵਾਂ 'ਤੇ ਜਾ ਕੇ ਸੰਗਤਾਂ ਨੂੰ ਗੁਰਮਤ ਦੇ ਨਾਲ ਜੋੜਿਆ, ਕਿਉਂਕਿ ਇਹਨਾਂ ਇਲਾਕਿਆਂ ਦੇ ਅੰਦਰ ਬਹੁਤਾਤ ਅੰਦਰ ਬੜੇ ਭਰਮ ਭੁਲੇਖੇ ਫੈਲੇ ਹੋਏ ਸਨ ਤੇ ਸਤਿਗੁਰੂ ਜੀ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਗੁਰਮਤ ਦਾ ਉਪਦੇਸ਼ ਦਿੱਤਾ। ਸਾਹਿਬ ਅੱਜ ਦੇ ਪਾਕ ਬਚਨ ਦੇ ਅੰਦਰ ਮਿਹਰਮਤ ਵਰਤਾਉਂਦੇ ਕਹਿਣ ਲੱਗੇ, ਗੌੜੀ ਮਹੱਲਾ 9ਵਾਂ ਰਾਗ ਗੌੜੀ ਦੇ ਅੰਦਰ 9ਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਨੇ, ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਇਆਲ ਸਗਲ ਪੈ ਭੰਜਨ, ਸ਼ਰਨ ਤਾਹੇ ਤੁਮ ਪਰ ਰੇ ਰਹਾਓ। ਇਹ ਰਹਾਓ ਵਾਲਾ ਬੰਦ ਹੈ। ਨਰ ਅਚੇਤ ਪਾਪ ਤੇ ਡਰ ਰੇ, ਪਾਕ ਪਵਿੱਤਰ ਸ਼ਬਦ ਦੀ ਪਹਿਲੀ ਪੰਕਤੀ। ਔਰ ਖਿਆਲ ਕਰਨਾ ਇਹਦਾ ਉਚਾਰਨ ਜਦੋਂ ਕੀਤਾ ਜਾਂਦਾ ਹੈ ਤੇ ਕਈ ਵਾਰ ਜਾਣੇ ਅਣਜਾਣੇ ਦੇ ਅੰਦਰ ਕੁਝ ਸੱਜਣ ਇਹਦਾ ਵਿਸ਼ਰਾਮ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਵੀ ਲਗਾ ਦਿੰਦੇ ਨੇ ਕਿ ਨਰ ਅਚੇਤ ਪਾਪ ਤੇ ਡਰ ਰੇ। ਹੁਣ ਜਦੋਂ ਨਰ ਤੇ ਦਾ ਵਿਸ਼ਰਾਮ ਲੱਗੇਗਾ, ਅਚੇਤ ਨੂੰ ਜਦੋਂ ਪਾਪ ਦੇ ਨਾਲ ਜੋੜਾਂਗੇ ਤੇ ਉਹ ਵੀ ਇਹ ਸ਼ਬਦ ਦਾ ਜਦੋਂ ਸਮੁੱਚੇ ਰੂਪ ਦੇ ਅੰਦਰ ਅਰਥ ਕਰਾਂਗੇ ਤੇ ਗਲਤ ਹੋਵੇਗਾ। ਨਰ ਤੇ ਅਚੇਤ ਹੈ, ਨਰ ਤੇ ਅਚੇਤ ਹੋ ਸਕਦਾ ਏ ਪਰ ਅਚੇਤ ਪਾਪ ਨਹੀਂ ਹੁੰਦੇ। ਇਹਦਾ ਮਤਲਬ ਜੇ ਅਚੇਤ ਪਾਪ ਹੈ ਤੇ ਫਿਰ ਕੋਈ ਸੁਚੇਤ ਪਾਪ ਵੀ ਹੋਵੇਗਾ। ਅਚੇਤ ਪਾਪ ਹੈ ਤੇ ਫਿਰ ਕੋਈ ਸੁਚੇਤ ਪਾਪ ਵੀ ਹੋਵੇਗਾ। ਜਦੋਂ ਅਚੇਤ ਨੂੰ ਨਰ ਦੇ ਨਾਲ ਮਨੁੱਖ ਦੇ ਨਾਲ ਜੋੜਾਂਗੇ ਤੇ ਫਿਰ ਤੇ ਸਮਝ ਆਵੇਗੀ ਕਿ ਅਚੇਤ ਮੂਰਖ ਮਨੁੱਖ, ਗਾਫਲ ਮਨੁੱਖ ਜਦੋਂ ਭੈੜੀ ਮੱਤ ਨੂੰ ਧਾਰਨ ਕਰ ਲੈਂਦਾ ਏ, ਅਚੇਤ ਤੋਂ ਭਾਵ ਜਿੰਨੇ ਚੇਤੇ ਦੇ ਵਿੱਚੋਂ ਮਾਲਕ ਨੂੰ ਵਿਸਾਰਿਆ ਏ, ਅਚੇਤ ਹੈ, ਭੁੱਲਾ ਹੋਇਆ ਏ, ਭਟਕਿਆ ਹੋਇਆ ਏ। ਤੇ ਸੁਚੇਤ ਮਨੁੱਖ ਵੀ ਹਨ ਸੰਸਾਰ ਦੇ ਅੰਦਰ।
पर जदों इहदा विश्राम गलत लगेगा, एक विश्राम गलत लगन दे नाल उहदा अर्थ जिहड़ा है वो गलत होवेगा। जदों नर ते विश्राम लावांगे, नर अचेत पाप ते डर रहे, तो फिर उहदा अर्थ अनर्थ होवेगा। तां कर पाक बाणी पढ़दे आ जदों नाल अर्थ पढ़ांगे तो समझ आवेगी किवें किवें कित्थे कित्थे पावन बाणी दे अंदर विश्राम लगदे ने। साहिब जियां ने बचन कीते, कहण लगे नर अचेत हे गाफल बेप्रवाह मनुख पाप ते डर रहे। कहंदे पाप तो डर, ਜਿਹੜੇ ਤੂੰ ਪਾਪ ਕਮਾ ਰਿਹਾ ਏ, हे अचेत हे ਬੇਪਰਵਾਹ हे ਲਾਪਰਵਾਹ, ਕਿਉਂ ਮਾਲਕ ਨੂੰ ਤੂੰ ਆਪਣੇ ਚੇਤੇ ਦੇ ਅੰਦਰੋਂ ਵਿਸਾਰਿਆ ਹੋਇਆ। ਪਾਪ ਤੇ ਡਰ ਰਹੇ, ਤੇ ਜਿਹੜੇ ਪਾਪ ਕਮਾ ਰਿਹਾ ਏ, ਕੀ ਇਹਨਾਂ ਤੋਂ ਤੈਨੂੰ ਡਰ ਨਹੀਂ ਆ ਰਿਹਾ। सतगुरु जदों इवें संबोधन करते हैं उन बाणी के अंदर भी नर अचेत हे गाफल हे मूर्ख मनुख, उसका कारण यह है कि मनुख के पास सोच समझ सुहप्पन ये मालक दियां दातां हन। जे इन्हां दे हुंदियां भी ये सुचेत नहीं हो रहा, समझ नहीं रहा, तो फिर तो बाबा कबीर जी ने बाणी के अंदर जो बचन कीते ने वो साक्षात कि मनुख जान बुझ के नर जिमें साहिब बाणी के अंदर बचन करते ना कि कबीर बाबा कबीर जी बाणी के अंदर मेहरमत वरताउंदे, कहंदे जदों जीव के पास हथ के अंदर ਉਹਦੇ ਚਾਨਣ ਹੈ, ਪ੍ਰਗਾਸ ਹੈ, ਹੱਥ ਦੇ ਉਹਨੇ ਅੰਦਰ ਦੀਵਾ ਪਕੜਿਆ ਹੋਇਆ ਹੈ ਜਾਂ ਕੋਈ ਲਾਈਟ ਪਕੜੀ ਹੋਈ ਹੈ, ਤੇ ਉਹ ਹੁੰਦਿਆਂ ਹੋਇਆਂ ਵੀ ਜੇ ਮਨੁੱਖ ਜਿਹੜਾ ਹੈ ਉਹ ਡਿੱਗ ਰਿਹਾ ਹੈ ਕਿਸੇ ਟੋਏ ਦੇ ਅੰਦਰ, ਕਿਸੇ ਖੂਹ ਦੇ ਅੰਦਰ, ਤੇ ਕਹਿੰਦੇ ਫਿਰ ਇੱਥੇ ਗਲਤੀ ਕਿਹਦੀ ਹੈ। ਹਾਥ ਦੀਪ ਕੂਆ ਪਰ ਹੈ कबीर मन जानै सब बात, जानत ही अवगन करे। कहते जे मन जानता है, मन नूं पता है, तो जे जान बुझ के ही अवगन कर रहा, तो कहते ये तो फिर इवें है ना भी हथ दे विच प्रकाश, हथ दे विच चानन भी सी, लाइट भी सी, तो फिर भी जीव जिहड़ा है वो किसी खड्ड दे अंदर, किसी खूह दे अंदर डिग्गा। जे तो उहदे पास प्रकाश नहीं सी, कोई चानन का साधन नहीं सी, फिर तो हनेरा कारण हो गया, तो हनेरे करके वो डिग पिया। पर बाबा कबीर जी कहते जदों ये कोल चानन सी, जदों मालक ने इनू समझ मत दिती, तो जे फिर भी अचेत रहे, सुचेत ना होवे, तो ये अंदर कहते फिर दोष किनू दईए। ताई तो साहिब ने बाणी के अंदर पट्टी बाणी के अंदर मेहरमत वरताई, गुरमुखी अखरां नूं संबोधन करदिआं सुमत बख्शिश कीती, और दद्दे अखर तो साहिब ने बचन कीते, कहण लगा दद्दा दोष ना देऊं किसै, दोष कर्मा अपने आ। कहंदे हुण मैं अपने कर्मां दा दोष किनूं दवां, अपने कर्मां करके ही तो मैं हनेरे दे वल नूं जा रहा है, रसातल वाल नूं जा रहे हैं, निवाण वाल नूं जा रहे हैं। दद्दा दोष न देऊं किसा, दोष कर्मा अपने, जो मैं किया सो मैं पाया, दोष न दीजै अवरजन। साहिब कहते भाई ये गल पक्की है, जो बीजेगा वड्डना हो पवेगा। हे अचेत मूर्ख सुते हुए मनुख, जाग, पाप तो डर जिहड़ा कमा रहा है। तेनू मत दिती है, सुमत दिती है, तेनू मालक ने सोझी बख्शिश की है। ਜਾਂ ਸਾਹਿਬ ਨੇ बड़ा प्यारा बचन बाणी के अंदर बख्शिश की, कह लगे त्रिगद जोन अचेत संभव। त्रिगद जोन तो भाव हुंदा है जिहड़ियां टेढ़ियां जोनां,
ਪਸ਼ੂ ਪੰਛੀ ਆਦਿਕ ਮਨੁੱਖ ਤੋਂ ਬਿਨਾਂ ਬਾਕੀ ਸਾਰੀਆਂ ਜੂਨਾਂ ਤ੍ਰਿਗਦ ਜੂਨ ਦੇ ਅੰਦਰ ਆਉਂਦੀਆਂ ਨੇ। ਇੱਕ ਮਨੁੱਖ ਹੀ ਹੈ ਜਿਹਨੂੰ ਸਾਹਿਬ ਨੇ ਬਾਣੀ ਦੇ ਅੰਦਰ ਸਭ ਤੋਂ ਉੱਤਮ ਕਿਹਾ ਏ। ਮਨੁੱਖਾ ਜਨਮ ਨੂੰ ਦੁਰਲੱਭ ਜਨਮ ਗਿਆ ਏ। ਇਹਨੂੰ ਹੀਰੇ ਦੇ ਨਾਲ ਇਹਦੀ ਕੀਮਤ ਦੀ ਤੁਲਨਾ ਕੀਤੀ ਹੈ ਕਿ ਬਹੁਤ ਕੀਮਤੀ ਹੈ। ਇਹ ਕੇਵਲ ਮਨੁੱਖਾ ਜਨਮ ਹੀ ਸਭ ਤੋਂ ਉੱਤਮ। ਇਹ ਤੋਂ ਬਿਨਾਂ ਕਹਿੰਦੇ ਭਾਈ ਸਭ ਤ੍ਰਿਗਦ ਜੂਨ ਦੇ ਅੰਦਰ ਆਉਂਦੇ ਨੇ, ਟੇਢੀਆਂ ਜੂਨਾਂ ਦੇ ਅੰਦਰ ਆਉਂਦੇ ਨੇ। ਉਹ ਆਪਣੇ ਤੱਕ ਸੀਮਤ ਨੇ, ਉਹ ਆਪਣੇ ਤੱਕ ਸੋਚਦੇ ਨੇ। ਮਾਸਾਹਾਰੀ ਆਪਣਾ ਪੇਟ ਭਰਨ ਵਾਸਤੇ ਸ਼ਿਕਾਰ ਕਰਦੇ ਨੇ, ਦੂਜੇ ਦੀ ਜਾਨ ਲੈ ਕੇ ਵੀ ਆਪਣਾ ਪੇਟ ਭਰਦੇ ਨੇ, ਆਪਣੇ ਬੱਚਿਆਂ ਨੂੰ ਵੀ ਪਾਲਦੇ ਨੇ। ਉਹ ਆਪਣੇ ਤੱਕ ਸੀਮਤ ਨੇ। ਪਸ਼ੂ ਵੀ ਆਪਣਾ ਗੁਜ਼ਾਰਾ ਕਰਦੇ ਨੇ, ਪਰ ਉਹ ਸਾਹਿਬ ਬਚਨ ਕਰਦੇ ਨਾ ਕਿ ਤ੍ਰਿਗਦ ਜੂਨ ਅਚੇਤ ਸੰਭਵ। ਆਪਾਂ ਦੋ ਸ਼ਬਦ ਡਿਕਸ਼ਨਰੀ ਦੇ ਅੰਦਰ ਦੇਖਦੇ ਹਾਂ, ਇੱਕ ਸੰਭਵ ਤੇ ਇੱਕ ਅਸੰਭਵ। ਸੰਭਵ ਜਿਹੜਾ ਹੋ ਸਕਦਾ ਹੈ, ਅਸੰਭਵ ਜਿਹੜਾ ਨਹੀਂ ਹੋ ਸਕਦਾ। ਤੇ ਇੱਕ ਵਿਦਵਾਨ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿਣ ਲੱਗਾ ਜਿਹੜਾ ਅਸੰਭਵ ਸ਼ਬਦ ਹੈ ਨਾ, ਇਹ ਕਹਿੰਦਾ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਬਦ ਹੈ। ਜਿਹੜੇ ਕਹਿੰਦੇ ਨੇ ਕਿ ਇਹ ਕੰਮ ਨਹੀਂ ਕਰ ਸਕਦੇ, ਇਹ ਮੇਰੇ ਤੋਂ ਨਹੀਂ ਹੋਣਾ, ਕਹਿੰਦੇ ਅਸੰਭਵ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਬਦ ਹੈ। ਗੁਰਮੁਖ ਹੋਏ ਸੋ ਚਤਨ ਹੋਏ। ਕਿਹੜਾ ਕਰਮ ਹੈ ਜਿਹੜਾ ਜੀਵ ਨਹੀਂ ਕਰ ਸਕਦਾ ਮਿਹਨਤ ਮਸ਼ੱਕਤ ਦੇ ਨਾਲ। ਸੋ ਰਹੋ ਵਿਚਾਰ। ਸਾਹਿਬ ਬਚਨ ਕਰਦੇ, ਕਹਿੰਦੇ ਤ੍ਰਿਗਦ ਜੂਨ ਅਚੇਤ ਸੰਭਵ। ਇਹ ਟੇਢੀਆਂ ਜੂਨਾਂ ਨੇ, ਇਹਨਾਂ ਦਾ ਅਚੇਤ ਭੁਲੇਖੇ ਦੇ ਅੰਦਰ, ਭਰਮ ਦੇ ਅੰਦਰ ਜਾਂ ਆਪਣੇ ਤੱਕ ਸੀਮਤ ਰਹਿਣਾ ਇਹ ਸੰਭਵ ਹੈ, ਇਹ ਮੰਨਿਆ ਜਾ ਸਕਦਾ ਹੈ। ਉਹਦਾ ਕਾਰਨ ਕਹਿੰਦੇ ਪੁੰਨ ਪਾਪ ਆ ਸੋਚ, ਕਿਉਂਕਿ ਇਹਨਾਂ ਦੀ ਸੋਚ ਓਨੀ ਡਿਵੈਲਪ ਨਹੀਂ ਹੋਈ। ਹਜ਼ਾਰਾਂ ਲੱਖਾਂ ਸਾਲਾਂ ਤੋਂ ਪਸ਼ੂ ਉਦੋਂ ਵੀ ਉੱਦਾਂ ਹੀ ਸੀ ਤੇ ਉਹ ਹੁਣ ਵੀ ਉੱਦਾਂ ਹੀ ਹੈ। ਪਰ ਜੀਵ ਨੇ ਆਪਣੀ ਸੋਚ ਦੇ ਨਾਲ, ਵਿਕਾਸ ਦੇ ਨਾਲ ਵੈਦਿਕ ਕਾਲ ਤੋਂ ਲੈ ਕੇ ਹੁਣ ਤੱਕ ਕਿੰਨਾ ਵਿਕਾਸ ਕੀਤਾ ਹੈ, ਕਿੰਨੀਆਂ ਕਾਢਾਂ ਕੱਢੀਆਂ ਹੈ, ਕਿੰਨੀਆਂ ਸਹੂਲਤਾਂ। ਪਰ ਪਸ਼ੂ ਤੇ ਉੱਥੇ ਹੀ ਹੈ, ਉਹਦੀ ਸੋਚ ਵੀ ਉੱਥੇ ਹੀ ਹੈ। ਉਹ ਉਵੇਂ ਹੀ ਪੇਟ ਭਰਦਾ ਹੈ, ਖਲ ਖਾ ਕੇ ਵੀ ਉਹ ਅੰਮ੍ਰਿਤ ਦਿੰਦਾ ਹੈ। ਉਹ ਉਹਦੇ ਅੰਦਰ ਮਾਲਕ ਨੇ ਕੁਆਲਿਟੀ ਭਰੀ ਹੈ, ਪਰ ਉਹ ਉੱਥੇ ਹੈ ਕਿਉਂਕਿ ਉਹਦੀ ਸੋਚ ਉਨੀ ਹੈ ਜਿੰਨੀ ਉਹਨੂੰ ਮਾਲਕ ਨੇ ਬਖਸ਼ੀ। ਪਰ ਕਹਿੰਦੇ ਮੂਰਖ ਮਨੁੱਖ, ਤੈਨੂੰ ਤੇ ਮਾਲਕ ਨੇ ਸੋਚ ਦਿੱਤੀ ਹੈ, ਸਮਝ ਦਿੱਤੀ ਹੈ, ਸੁਹੱਪਣ ਦਿੱਤਾ ਹੈ। ਤ੍ਰਿਗਦ ਜੂਨ ਅਚੇਤ ਸੰਭਵ ਪੁੰਨ ਪਾਪ ਅਸੋਚ। ਇਹ ਟੇਢੀਆਂ ਜੂਨਾਂ, ਇਹਨਾਂ ਦਾ ਤੇ ਅਚੇਤ ਰਹਿਣਾ, ਇਹਨਾਂ ਨੂੰ ਤੇ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ। ਇਹਨਾਂ ਵਾਸਤੇ ਪਾਪ ਪੁੰਨ ਵੀ ਕੋਈ ਵੱਡੀ ਗੱਲ ਨਹੀਂ। ਜੇ ਕਿਸੇ ਜੀਵ ਨੂੰ ਇਹ ਮਾਰ ਵੀ ਰਹੇ ਨੇ ਆਪਣਾ ਪੇਟ ਭਰਨ ਵਾਸਤੇ, ਜਾਂ ਇਹ ਆਪ ਵੀ ਕਿਸੇ ਦਾ ਸ਼ਿਕਾਰ ਹੋ ਰਹੇ ਨੇ, ਕਹਿੰਦੇ ਕਿਉਂਕਿ ਇਹ ਅਸੋਚ ਹੈ। ਪਰ ਅਗਲਾ ਬਚਨ ਜੋ ਮਾਲਕ ਦਾਤਾਰ ਨੇ ਬਾਣੀ ਦੇ ਅੰਦਰ ਦੱਸਿਆ, ਕਹਿੰਦੇ ਮਨੁੱਖਾ ਅਵਤਾਰ ਦੁਰਲੱਭ। ਪਰ ਕਹਿੰਦੇ ਮਨੁੱਖਾ ਜਿਹੜਾ ਜਨਮ ਹੈ ਇਹ ਤੇ ਉਹਨਾਂ ਦੇ ਨਾਲ ਨਹੀਂ ਰਲਦਾ, ਇਹ ਤੇ ਦੁਰਲੱਭ ਹੈ, ਇਹ ਤੇ ਕੀਮਤੀ ਹੈ। ਪਰ ਸਾਹਿਬ ਕਹਿੰਦੇ ਤੇ ਹੀ ਸੰਗਤ ਪੋਚ। ਪਰ ਇਹ ਮਨੁੱਖ ਅਚੇਤ ਮਤ ਨੂੰ ਧਾਰਨ ਕਰ। ਪੋਚ ਤੋਂ ਭਾਵ ਹੁੰਦਾ ਹੈ ਨੀਚ। ਕਹਿੰਦੇ ਇਹ ਵੀ ਉੱਦਾਂ ਦੇ ਨੀਚ ਕਰਮ ਹੀ ਕਰਦਾ ਹੈ, ਇਹ ਵੀ ਉਵੇਂ ਦੀ ਸੰਗਤ ਦੇ ਅੰਦਰ ਜਾ ਕੇ ਬੈਠਦਾ ਹੈ। ਤੇ ਫਿਰ ਕਹਿੰਦੇ ਭਾਈ ਇਹਦੇ ਅੰਦਰ ਮਾਲਕ ਦਾ ਕੀ ਦੋਸ਼। ਜੀ ਹੁਣ ਮਾਲਕ ਪ੍ਰੀਤਮ ਪਿਆਰੇ ਨੂੰ ਤੂੰ ਨਹੀਂ ਪਾਇਆ, ਉਹਦੇ ਅੰਦਰ ਮਾਲਕ ਦਾ ਥੋੜਾ ਕੋਈ ਦੋਸ਼ ਹੈ। ਸਾਹਿਬ ਕਹਿੰਦੇ ਮੁਝ ਅਵਗਨ ਸ਼ੈ ਨਾਹੀ ਦੋਸ਼। ਜੀ ਹੁਣ ਮਾਲਕ ਦਾ ਸੁੱਖ ਨਹੀਂ ਮਿਲਿਆ, ਜਾਂ ਉਹਦੇ ਸਿਮਰਨ ਦੀ ਦਾਤ ਨਹੀਂ ਮਿਲੀ, ਪ੍ਰਾਪਤ ਨਹੀਂ ਹੋਈ,
ਤੇ ਕਹਿੰਦੇ ਇਹਦੇ ਅੰਦਰ ਭਾਈ ਤੂੰ ਮਾਲਕ ਨੂੰ ਦੋਸ਼ ਨਹੀਂ ਦੇ ਸਕਦਾ, ਕਿਉਂਕਿ ਉਹ ਮਾਲਕ ਦਾਤਾਰ ਪ੍ਰੀਤਮ ਨੇ ਤੈਨੂੰ ਸੁਚੇਤ ਕੀਤਾ, ਤੇਰੇ ਅੰਦਰ ਸੋਚ ਭਰੀ ਔਰ ਤੈਨੂੰ ਪਾਪ ਤੇ ਪੁੰਨ ਦੇ ਅੰਦਰ ਫਰਕ ਦੱਸਿਆ। ਤਾਂ ਹੀ ਤੇ ਸਾਹਿਬ ਵਾਰ-ਵਾਰ ਬਾਣੀ ਦੇ ਅੰਦਰ ਬਚਨ ਕਰਦੇ ਨੇ, ਚੇਤ ਅਚੇਤ ਮੂੜ ਮਨ ਮੇਰੇ, ਹੇ ਮੇਰੇ ਮੂੜ ਮੂਰਖ ਮਨ, ਚੇਤ ਅਚੇਤ ਦੇ ਵਿੱਚੋਂ ਬਾਹਰ ਆ ਕੇ ਤੇ ਉਹਨੂੰ ਚੇਤ, ਜਿਹਨੂੰ ਭੁਲਾਇਆ ਹੋਇਆ ਉਹਨੂੰ ਯਾਦ ਕਰ। ਬਾਜੇ ਅਨਹਦ ਬਾਜਾ, ਉਹਨੂੰ ਸਿਮਰਨ ਦੇ ਨਾਲ, ਤੇਰੇ ਹਿਰਦੇ ਦੇ ਅੰਦਰ ਉਹਦੀ ਸਿਫਤ ਸਲਾਹ ਕਰਨ ਦੇ ਨਾਲ, ਤੇਰੇ ਹਿਰਦੇ ਘਰ ਦੇ ਅੰਦਰ ਅਨਹਦ ਦਾ ਵਾਜਾ, ਉਹ ਵਾਜਾ ਜਿਹੜਾ ਆਪਣੇ ਆਪ ਵੱਜਦਾ ਏ, ਉਹ ਖੁਸ਼ੀ ਦਾ ਵਾਜਾ, ਉਹ ਨਾਮ ਰਸ ਦਾ ਵਾਜਾ ਵੱਜੇਗਾ। ਕਹਿਤ ਕਬੀਰ ਕਹਿ ਕਬੀਰ ਸੰਸਾ ਭ੍ਰਮ ਚੁਕੋ, ਧਰੂ ਪ੍ਰਹਿਲਾਦ ਨੇ ਵਾਜਾ ਤੇ ਭਾਈ ਮਤਾ ਕਿਤੇ ਤੁਹਾਡੇ ਮਨ ਦੇ ਅੰਦਰ ਭਰਮ ਲੈ ਜਾਵੇ। ਬਾਬਾ ਕਬੀਰ ਜੀ ਨੇ ਸਭ ਭਰਮ ਭੁਲੇਖੇ ਦੂਰ ਕਰਦਿਆਂ ਬਚਨ ਕੀਤੇ, ਕਹਿੰਦੇ ਜਿਹੜੇ ਅਚੇਤ ਤੋਂ ਸੁਚੇਤ ਤੇ ਚੇਤ ਦੇ ਅੰਦਰ ਆ ਜਾਂਦੇ ਨੇ, ਉਹਨਾਂ ਦੇ ਸੰਸ ਭਰਮੇ ਭੁਲੇਖੇ ਸਭ ਮਾਲਕ ਦੂਰ ਕਰ ਦਿੰਦਾ ਏ। ਧਰੂ ਪ੍ਰਹਿਲਾਦ ਭਗਤ, ਜਿਵੇਂ ਧਰੂ ਭਗਤ ਜੀ ਤੇ ਪ੍ਰਹਿਲਾਦ ਭਗਤ, ਕਹਿੰਦੇ ਭਾਈ ਐਵੇਂ ਮਾਲਕ ਆਪਣੇ ਭਗਤਾਂ ਨੂੰ ਨਿਵਾਜਦਾ ਹੈ। ਹਰ ਯੁੱਗ ਦੇ ਅੰਦਰ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ। ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਉਹ ਮਾਲਕ ਮੂਰਖ ਹੰਕਾਰੀ ਬਿਰਤੀ ਨੂੰ ਪਿੱਠ ਕਰ ਸਿਮਰਨ ਵਾਲਿਆਂ ਨੂੰ ਆਪਣੇ ਗਲ ਦੇ ਨਾਲ ਲਾਉਂਦਾ। ਤਾਂ ਸਾਹਿਬ ਕਹਿੰਦੇ ਭਾਈ ਕੋਈ ਤੇਰੇ ਮਨ ਦੇ ਅੰਦਰ ਭਰਮ ਨਾ ਰਵੇ। ਜਿਹੜੇ ਚੇਤਨ ਵਾਲੇ ਨੇ, ਚੇਤਨ ਨੇ, ਉਹ ਪ੍ਰਹਿਲਾਦ ਜੀ ਵਾਂਗਰਾਂ ਤੇ ਧਰੂ ਜੀ ਵਾਂਗਰਾਂ ਮਾਲਕ ਉਹਨਾਂ ਨੂੰ ਨਿਵਾਜਦਾ ਏ, ਉਹਨਾਂ ਦੀ ਲੱਜ ਪੱਤ ਰੱਖਦਾ ਏ। ਸਾਹਿਬ ਨੇ ਬਚਨ ਕੀਤੇ ਨਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਾਈ ਸਾਹਿਬ ਕਹਿੰਦੇ ਚੇਤੇ ਦੇ ਅੰਦਰ ਮਾਲਕ ਨੂੰ ਲੈ ਕੇ ਆ, ਔਰ ਮਾਲਕ ਜੀਆਂ ਦੇ ਸਿਮਰਨ ਦੇ ਅੰਦਰ ਜੁੜਿਆ ਹੀ ਕਿਰਤ ਵਿਰਤ ਕਰਦੇ ਆ। ਕਿਰਤ ਵਿਰਤ ਕਰ ਧਰਮ ਦੇ, ਖੱਟ ਖਵਾਲਣ ਕਾਰ ਕਰੇ ਹੀ, ਹੱਥੀਂ ਕਾਰ ਕਮਾਵਣੀ, ਪੈਰੀ ਚੱਲ ਸਤ ਸੰਗ ਮਲੇਹੀ। ਭਾਈ ਗੁਰਦਾਸ ਜੀ ਕਹਿੰਦੇ ਭਾਈ ਹੱਥਾਂ ਦੇ ਨਾਲ ਕਿਰਤ ਕਮਾਈ ਕਰ ਤੇ ਪੈਰਾਂ ਦੇ ਨਾਲ ਮਾਲਕ ਦੇ ਦਰ ਤੇ ਵੀ ਆ। ਕਿਰਤ ਕਰਦਿਆਂ ਹੋਇਆਂ ਨਾਮ ਜਪ, ਔਰ ਨਾਮ ਜਪ ਕੇ ਕਿਰਤ ਦੇ ਵਿੱਚੋਂ ਦਸਵੰਧ ਦੇ ਰੂਪ ਦੇ ਅੰਦਰ ਪਰਉਪਕਾਰ ਕਮਾ। ਹੇ ਅਚੇਤ, ਚੇਤੇ ਦੇ ਅੰਦਰ ਮਾਲਕ ਨੂੰ ਲੈ ਕੇ ਆ। ਜਾਂ ਸਾਹਿਬ ਬਚਨ ਕਰਦੇ ਕਹਿੰਦੇ ਸਾਕਤ ਮੂੜ ਅਚੇਤ ਨ ਚੇਤੈ, ਹੇ ਸਾਕਤ ਹੇ ਮੂੜ ਮੂਰਖ ਮਨੁੱਖ। ਅਚੇਤ ਦੇ ਅੰਦਰ ਹੀ ਵਸਿਆ ਹੋਇਆ ਏ, ਚੇਤੇ ਦੇ ਅੰਦਰ ਮਾਲਕ ਨੂੰ ਲੈ ਕੇ ਨਹੀਂ ਆ ਰਿਹਾ। ਦੁੱਖ ਲੱਗੈ ਤਾਂ ਰਾਮ ਪੁਕਾਰਾ ਹੈ। ਕਹਿੰਦੇ ਜਦੋਂ ਫਿਰ ਤੈਨੂੰ ਦੁੱਖ ਲੱਗਦਾ ਏ ਉਦੋਂ ਤੈਨੂੰ ਮਾਲਕ ਚੇਤੇ ਆਉਂਦਾ ਏ, ਪਰ ਕਹਿੰਦੇ ਜਦੋਂ ਸੁੱਖ ਹੁੰਦਾ ਏ ਉਦੋਂ ਉਹਨੂੰ ਵਿਸਾਰ ਦਿੰਦਾ ਏ। ਤਾਂ ਹੀ ਤੇ ਸਾਹਿਬ ਨੇ ਬਚਨ ਕੀਤੇ, ਕਹਿੰਦੇ ਭਾਈ ਇਹ ਮਨੁੱਖ ਜਿਹੜਾ ਹੈ ਇਹਨੇ ਗਾਫਲ ਨੇ ਇਵੇਂ ਦੀ ਬਿਰਤੀ ਨੂੰ ਧਾਰਨ ਕੀਤਾ ਹੋਇਆ ਏ, ਜਿਹੜੀ ਬਿਰਤੀ ਇਹਨੂੰ ਹਰ ਪਲ ਪਲ ਤੇ ਮਾਲਕ ਤੋਂ ਦੂਰ ਕਰਦੀ ਹੈ, ਹਰ ਛਿਨ ਛਿਨ ਮਾਲਕ ਤੋਂ ਦੂਰ ਕਰਦੀ ਹੈ। ਸਾਹਿਬ ਜੀਆਂ ਨੇ ਬਚਨ ਕੀਤੇ, ਕਹਿੰਦੇ ਰੇ ਚਿੱਤ ਚੇਤ ਚੇਤ ਅਚੇਤ, ਕਾਹੇ ਨਾ ਬਾਲ ਮੀਕਾ ਦੇਖ। ਇਹ ਮੂਰਖ ਆਪਣੇ ਆਲੇ ਦੁਆਲੇ ਦੇਖ ਕਿਵੇਂ ਮਾਲਕ ਨੇ ਆਪਣੇ ਭਗਤਾਂ ਦੀ ਲੱਜ ਪੱਤ ਰੱਖੀ ਹੈ। ਕਿਸ ਜਾਤ ਤੇ ਕਿਸ ਪਦ ਹੈ ਅੰਮ੍ਰਿਓ, ਰਾਮ ਭਗਤ ਬਸੇਖ। ਭਲਿਆ ਦੇਖ ਭਗਤ ਵਾਲਮੀਕ ਕਿਵੇਂ ਉਹਨੂੰ ਨੀਚ ਜਾਤ ਦਾ ਕਿਹਾ ਜਾਂਦਾ ਸੀ, ਤੇ ਕਿਵੇਂ ਉਹਨੇ ਰਾਮ ਭਗਤ ਰਾਮ ਜੀਆਂ ਦੀ ਭਗਤੀ ਨੂੰ ਕਰਕੇ ਕਿਵੇਂ ਅਮਰਾ ਪਦ ਪਾਇਆ ਏ। ਤੇ ਤੂੰ ਅਚੇਤ
ਹਿਰਦੇ ਦੇ ਅੰਦਰ ਸੁਚੇਤਤਾ ਸਿਮਰਤੀ ਲੈ ਕਰ ਨਹੀਂ ਆ ਰਿਹਾ, ਤਾਂ ਸਾਹਿਬ ਬਚਨ ਕਰਦੇ, ਕਹਿੰਦੇ ਭਾਈ ਮਾਲਕ ਜੀਆਂ ਦੇ ਸਿਮਰਨ ਦੇ ਅੰਦਰ ਜੁੜ। ਹੇ ਨਰ, ਹੇ ਮਨੁੱਖ, ਹੇ ਮੂਰਖ ਗਾਫਲ, ਪਾਪ ਤੋਂ ਡਰ। ਨਰ ਅਚੇਤ ਪਾਪ ਤੇ ਡਰ ਰੇ। ਦੀਨ ਦਇਆਲ ਸਗਲ ਪੈ ਭੰਜਨ, ਸ਼ਰਨ ਤਾਹੇ ਤੁਮ ਪਰ ਰੇ। ਉਹ ਮਾਲਕ ਜਿਹੜਾ ਦੀਨਾ ਤੇ ਦਇਆ ਕਰਨ ਹਾਰਾ ਹੈ, ਜਿਹੜਾ ਸਭਨਾਂ ਦੀ ਲੱਜਪਤ ਰੱਖਣ ਵਾਲਾ ਹੈ। ਭੈ ਭੰਜਨ, ਜਿਹਦੀ ਸਿਮਰਤੀ ਦੇ ਨਾਲ ਭੈ ਡਰ ਖਤਮ ਹੋ ਜਾਂਦੇ ਨੇ। ਸ਼ਰਨ ਤਾਹੇ ਤੁਮ ਪਰ ਰੇ। ਸਾਹਿਬ ਕਹਿੰਦੇ ਉਹਦੀ ਸ਼ਰਨ ਦੇ ਅੰਦਰ ਆ। ਹੇ ਅਚੇਤ, ਪਾਪ ਤੋਂ ਡਰ, ਪਾਪ ਨਾ ਕਮਾ। ਹੁਣ ਖਿਆਲ ਕਰਨਾ, ਪਾਪ ਹੈ ਕੀ? ਪਾਪ ਤੇ ਅਪਰਾਧ ਇਹ ਦੋ ਸ਼ਬਦ ਨੇ। ਅੱਗੇ ਵੀ ਕਈ ਵਾਰ ਆਪਾਂ ਨੇ ਇਹ ਵਿਚਾਰ ਕੀਤੀ ਹੈ। ਅਪਰਾਧ ਉਹ ਹੈ ਜਿਹੜਾ ਜੀਵ ਸਰੀਰ ਰੂਪ ਦੇ ਅੰਦਰ ਕਰ ਦਿੰਦਾ ਹੈ। ਅਪਰਾਧੀ ਨੂੰ ਹਰ ਕਾਨੂੰਨ ਦੇ ਅੰਦਰ, ਹਰ ਦੇਸ਼ ਦੇ ਅੰਦਰ ਸਜ਼ਾ ਮਿਲਦੀ ਹੈ, ਪਰ ਜਿਹੜਾ ਪਾਪੀ ਹੈ ਕੋਈ ਕਾਨੂੰਨ ਨਹੀਂ ਬਣਿਆ ਜਿਹੜਾ ਪਾਪੀ ਨੂੰ ਸਜ਼ਾ ਦੇ ਸਕਦਾ। ਕਿਉਂਕਿ ਪਾਪ ਜੀਵ ਦੇ ਹਿਰਦੇ ਦੇ ਅੰਦਰ, ਮਨ ਦੇ ਅੰਦਰ ਉਪਜਦੇ ਨੇ। ਹਿਰਦੇ ਦੇ ਅੰਦਰ ਫੁਰਨਾ ਆਇਆ ਹੈ। ਪਾਪ ਵਿਦਵਾਨਾਂ ਨੇ ਤੇ ਕਈ ਪ੍ਰਕਾਰ ਦੇ ਪਾਪਾਂ ਦੀ ਗੱਲ ਕੀਤੀ ਹੈ। ਜੀਵ ਹਿਰਦੇ ਦੇ ਅੰਦਰ ਕਈ ਤਰ੍ਹਾਂ ਦੇ ਪਾਪ ਕਮਾਉਂਦਾ ਹੈ। ਹੁਣ ਜੋ ਹਿਰਦੇ ਦੇ ਅੰਦਰ, ਉਹਨੇ ਮਨ ਦੇ ਅੰਦਰ ਪਾਪ ਕਮਾਇਆ ਹੈ, ਕਿਸੇ ਪ੍ਰਤੀ ਕੁਝ ਗਲਤ ਭਾਵਨਾ ਰੱਖੀ, ਕਿਸੇ ਨੂੰ ਕੋਈ ਗਲਤ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਮਨ ਦੇ ਅੰਦਰ ਸੋਚੀ, ਕਹਿੰਦੇ ਭਾਈ ਉਹ ਹੈ ਪਾਪ। ਤੇ ਜਦੋਂ ਉਹ ਪਾਪ ਨੂੰ ਜੀਵ ਪ੍ਰੈਕਟੀਕਲ ਰੂਪ ਦੇ ਅੰਦਰ, ਸਰੀਰਕ ਤੌਰ ਤੇ ਉਹ ਪਾਪ ਨੂੰ ਕਮਾ ਲੈਂਦਾ ਹੈ ਤੇ ਉਹ ਫਿਰ ਅਪਰਾਧ ਬਣਦਾ ਹੈ। ਔਰ ਅਪਰਾਧ ਦੀ, ਕਿਉਂਕਿ ਜਦੋਂ ਸਰੀਰ ਰੂਪ ਦੇ ਅੰਦਰ ਉਹ ਕਰਮ ਕਰ ਰਿਹਾ, ਉਹਨੂੰ ਕਾਨੂੰਨ ਦੇ ਅੰਦਰ ਅਪਰਾਧ ਕਿਹਾ ਜਾਂਦਾ ਹੈ ਤੇ ਫਿਰ ਅਪਰਾਧੀ ਨੂੰ ਸਜ਼ਾ ਦਿੱਤੀ ਜਾਂਦੀ ਹੈ। ਸਾਹਿਬ ਨੇ ਬਚਨ ਕੀਤੇ ਨਾ, ਨਰ ਅਚੇਤ ਪਾਪ ਤੇ ਡਰ ਰੇ। ਹਾਲਾਂਕਿ ਪਾਪ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਆਪਾਂ ਨੂੰ ਇੱਕ ਦੂਜੇ ਦੇ ਬਾਰੇ ਨਹੀਂ ਪਤਾ ਕਿ ਉਹ ਸਾਡੇ ਬਾਰੇ ਜਾਂ ਅਸੀਂ ਉਹਦੇ ਬਾਰੇ ਮਨ ਦੇ ਅੰਦਰ ਕੀ ਸੋਚ ਰਹੇ ਹਾਂ। ਪਰ ਸਾਹਿਬ ਜੀਆਂ ਨੇ ਬਚਨ ਕੀਤੇ, ਕਹਿੰਦੇ ਭਾਈ ਅਪਰਾਧ ਤੇ ਬੜੀ ਦੂਰ ਦੀ ਗੱਲ ਹੈ। ਤੈਨੂੰ ਤੇ ਪਾਪ ਵੀ ਨਹੀਂ ਕਮਾਉਣਾ ਚਾਹੀਦਾ। ਭਾਵ ਕਿਸੇ ਪ੍ਰਤੀ ਮਾੜਾ ਸੋਚਣਾ ਵੀ ਤੇਰੇ ਵਾਸਤੇ ਅਪਰਾਧ ਦੀ ਤਰ੍ਹਾਂ ਉੱਡਾ ਹੀ ਗੁਨਾਹ ਹੈ। ਤਾਂ ਹੀ ਤੇ ਸਾਹਿਬ ਮਿਹਰਮਤ ਵਰਤਾਉਂਦੇ, ਕਹਿੰਦੇ ਭਾਈ ਪਾਪੀ ਕੋ ਡੰਡ ਦਿਓ ਰੇ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ ਰੇ। ਸਾਹਿਬ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਘਰ ਦੇ ਅੰਦਰ ਤੇ ਪਾਪੀ ਨੂੰ ਵੀ ਡੰਡ ਮਿਲਦਾ ਹੈ। ਔਰ ਇਸ ਦਰ ਘਰ ਦੇ ਅੰਦਰ ਜੈਕਾਰ ਕੀਓ, ਇੱਥੇ ਤੇ ਜੈਕਾਰ ਹੈ, ਇੱਥੇ ਤੇ ਸਿਫਤ ਹੈ ਗੁਰਮੁਖਾਂ ਦੀ, ਰੱਬੀ ਪਿਆਰਿਆਂ ਦੀ। ਇੱਥੇ ਤੇ ਧਰਮੀਆਂ ਦੀ ਜੈ ਜੈਕਾਰ ਹੈ, ਪਰ ਪਾਪੀਆਂ ਨੂੰ ਇੱਥੇ ਕੋਈ ਥਾਂ ਨਹੀਂ। ਜਦੋਂ ਅਸੀਂ ਬਾਕੀ ਧਰਮਾਂ ਦੀ ਸਟੱਡੀ, ਅਧਿਐਨ ਕਰਦੇ ਹਾਂ, ਜੈਨਿਜ਼ਮ ਦੇ ਅੰਦਰ ਮਹਾਵੀਰ ਵਰਧਮਾਨ ਜੀ ਨੇ ਜਦੋਂ ਉਪਦੇਸ਼ ਦਿੱਤੇ ਨੇ, ਉਹਨਾਂ ਉਪਦੇਸ਼ਾਂ ਦੇ ਅੰਦਰ ਜਦੋਂ ਅਹਿੰਸਾ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਾਕੀ ਉਪਦੇਸ਼ ਦਿੱਤੇ, ਉਹਨਾਂ ਨੇ ਇੱਕ ਗੱਲ ਵੱਲ ਬੜਾ ਸੁਚੇਤ ਕੀਤਾ। ਜਦੋਂ ਵੀ ਤੁਸੀਂ ਕਿਸੇ ਜੈਨਿਜ਼ਮ ਦੇ ਮਨੁੱਖ ਨੂੰ ਦੇਖੋਗੇ, ਉਹ ਪਾਪ ਤੋਂ ਬਹੁਤ, ਉਹ ਅਪਰਾਧ ਤੋਂ ਬਹੁਤ ਡਰਦੇ ਨੇ। ਉਹ ਜੀਵ ਦਾ ਪਾਪ ਨਹੀਂ ਕਮਾਉਂਦੇ, ਇੱਥੋਂ ਤੱਕ ਕਿ ਉਹ ਤਾੜੀ ਵੀ ਨਹੀਂ ਮਾਰਦੇ। ਉਹਨਾਂ ਦੇ ਮਗਰ ਥਿੰਕਿੰਗ ਇਹ ਕੰਮ ਕਰਦੀ ਹੈ ਕਿ ਜਿਹੜੇ ਜੀਵ ਦਿਸਦੇ ਨਹੀਂ, ਉਹ ਵੀ ਹੱਥਾਂ ਦੇ ਉੱਪਰ ਜਦੋਂ ਤਾੜੀ ਮਾਰੀਦੀ ਹੈ, ਤਾੜੀ ਮਾਰਨ ਦੇ ਨਾਲ ਮਰਦੇ ਨੇ।
बड़ा उस धर्म के अंदर इस पक्ष तो सुचेत किया गया है कि जीव ने किसी का भी माड़ा कर्म नहीं करना। इत्थों तक भी पढ़िया है कि जे किसी जैनी दे किसी कारण करके कोई फट लग गया है, जख्म हो गया है और अवेसलेपन करके उहदे अंदर जे कोई किरम कीड़े चल गए ने तो उन्होंने भी मारते नहीं, कोई दवाई नहीं पाते। ये यहूदी ते ईसाई धर्म की किताब उहदे अंदर भी जदों जैनिज़म की उन्होंने गल की तो जिक्र किया, जां एक आर के निरंकारी की किताब मिलती है भारती दर्शन, उस अंदर ये बड़े विस्तार के नाल जिक्र किया गया कि जदों उन्होंने फिर इवें दी कोई घटना वापरदी या कीड़े पै जाते ने, कोई किरम चल जाते ने, वो मारते नहीं। वो ये गल कहते हैं कि इन्हां किरमां का कोई दोष नहीं, मेरे अंदर अवेसलापन आया, मेरे तो इसकी संभाल नहीं हुई थी, वो चल पे ने, उन्होंने फिर जे हो सके वो कढ़ दिंदे ने पर मारते नहीं। ये बड़ा ज़्यादा उन्होंने, क्योंकि उन्होंने मगर यह है कि जे जीव का पाप किया, किसी नूं मारिया, उसका फल जरूर भुगतना पवे। ते साहिब सतगुरु भी बाणी के अंदर वार वार सुचेत करते हैं। उन्होंने तो प्रैक्टिकल रूप के अंदर जो दिसया है उन्होंने मारन तो सुचेत किया, पर साहिब तो कहते भाई जे तेरे मन के अंदर भी किसी प्रति कोई वैर भाव उपजदा है तो ये बड़ा वड्डा पाप है और इस पाप तो भी बच, क्योंकि जे तू ये पाप कमावेगा तो भाई मालक की दरगाह के अंदर तेनों बख्शिया नहीं जाएगा। साहिब कहते भाई सो डरा है जे पाप कमावे धर्मी विकसेत, कहते भाई जिहड़ा रब्बी प्यारा है फिर वो डरदा नहीं, डरदा वो है जिहड़ा पाप कमाउंदा है, जिहदे जीवन के अंदर पाप है, जिहड़ा अचेत है। साहिब ने बचन कीते ना, नर अचेत पाप ते डर रे, सो डरा जे पाप कमावे धर्मी विकसेत। साहिब कहते भाई जिहड़ा धर्मी है वो विकसेत है, वो खुश है। और अगला वचन फिर सतगुरां ने जितों एक बड़ा सिद्धांत स्पष्ट किया, कहते तू सच्चा आप, हे मालिक तू सच्चा है, साचा साहिब। अगला वचन कहते न्याओ सच तेरा, नियाम ही सच है। जिवें जप बाणी के अंदर असीं पढ़ते हैं ना, साचा साहिब साच नाए, वो मालिक आप भी सच्चा है तो वह न्याओ भी सच है। उत्थे सचो ही सच निबड़ा चुन वख कढ़ा जजमालिया। साहिब कहते भाई तू सच्चा आप, न्याओ सच, तां डरिया केत। जे मालिक तू सच्चा है, तेरा न्याय सच्चा है, तो फिर धर्मी नूं डरन की लोड़ नहीं। डरे पापी जिहड़ा पाप कमा रहा है, धर्मी क्यों डरे? कहते धर्मी विकसेत, धर्मी खुश है, उन्होंने किसी किस्म का कोई डर नहीं। वो मालिक दया का घर उहदे नाम के अंदर जिहड़ा जुड़ गया है, जिहड़ा जिन्हें अपने जीवन के अंदर साहिब दे सिमरन नूं वसा लिया है, जिहड़ा भय भंजन नूं खत्म करन हारा है, जिहड़ा उहदी शरण दे नाल जुड़ गया। कहते भाई वो जन जिहड़ा है उन्होंने डरन की लोड़ नहीं। तां कर सतगुरु जी ने फिर बचन कीते, नौवें नानक धर्म रक्षक साहिब बचन करदे गुरु तेग बहादुर महाराज, हे मूर्ख हे अचेत पाप तो डर। दीन दयाल वो दीना दे नाथ दे नाल जिहड़ा दया करन हारा, पह पंजन नूं खत्म करन हारा है, उहदे नाल उहदी शरण दे अंदर आ। फिर सतगुरां ने अगे बचन कीते, कहंदे वेद पुराण जास गुण गावत, ताको नाम हीए मोह धर रे। कहंदे भाई वेद पुराण जास गुण गावत, वेद पुराण विशेष ये नाम आउंदे ने क्योंकि प्रचलित ज़्यादा ने, पर यदा भाव है कि जिन्ने भी धार्मिक धर्मां ग्रंथां दे अंदर उपदेश दिता गया है वो उपदेश नूं धारण कर, क्योंकि उपदेश यही है
कि भाई अपने मालिक दे प्रीतम दे हुक्म ते चलना है, उहदे दसे हुए मार्ग ते चलना। साहिब कहंदे भाई वेद पुराण जास, जास तो भाव इहदा जस, गुण गावत उहदा जस सुन के उहदे गुणां नूं गा के तां को नाम हीए मोह धर रे। जिहड़ा उहदे अंदर नाम दसिया है, ਜਿਹੜਾ उस धर्म ग्रंथ के अंदर निजम दसिया है, उन्होंने धारण कर। पावन नाम जगत में हर को, सिमर सिमर कस मल सब हर रे। ते कहंदे भलिया पावन नाम जिहड़ा पतित तो पवित्र करन हारा है, वो मालिक जियां दा नाम है। जगत में हर को, जगत के अंदर जे कोई पतित तो पवित्र करन हारा है, तो साहिब कहंदे वो हर को नाम है। साहिब कहंदे वो हरि दा नाम है। ताई ते सतगुरु जी वार वार बचन करते ने, जप मन सतनाम सतनाम सदा सतनाम। की होएगा? कहंदे हलत पलत मुख उजल होई है, नित ध्याईए हर पुरख निरंजना। कहंदे हलत पलत लोक परलोक सबर जाएगा। सिमर सिमर कस मल सब हर रे। मालक जियां दे नाम नूं सिमरिया कस मल तो भाव पाप कहंदे भाई सारे हर रे। वो मालक हर लवेगा, खत्म कर देवेगा। मालक जियां दे नाम दे नाल जुड़, उहदे सिमरन दे नाल जुड़। ये बड़ा कीमती जन्म तैनूं मिलिया है, ते वो मालक पतित नूं पावन करन हारा है। ये बड़ा प्यारा बचन भगत रविदास जी ने बाणी दे अंदर कीता। जदों बचन करदे ना, तो ही मोही मोही तो ही अंतर कैसा। ये मालक तेरे ते मेरे विच फर्क किवें दा है। ते अगे बचन करदे कहंदे कनक कटक, कनक तो भाव सोना। कहंदे जिवें सोना है ते कटक सोने तो घड़े गए, सोने तो तैयार कीते हुए गहने। कहंदे जिवें सोना ते सोने तो तैयार कीते हुए गहने ने, मालक तेरे ते मेरे विच अंतर इन्ना है। सोना ते सोने दे गहने दे विच किन्ना क अंतर है। कहंदे तो ही मोही तो ही अंतर कैसा। कनक कटक जल तरंग जैसा। कहंदे जिवें सोना ते सोने दे गहने, और जिवें जल है पानी है, और उहदे अंदर उठी हुई तरंग उठी हुई लहर, वो जल चों ही उठी है, उन्हें जल च ही समा जाना है। कहंदे इन्ना क मालक तेरे ते मेरे विच अंतर है। फिर उन्होंने अगे जाके एक वचन किया। कहंदे मालक जो पै हमना पाप करंता अहे अनंता। हे अहे अनंत दयाल प्रीतम प्यारे, जे मैं पाप ही ना करदा। ये बड़ा व्यंग कसिया है। ਇਹਦਾ मतलब ये नहीं कि साहिब ने ਜਾਂ भगत साहिबान ने पाप करन ਨੂੰ ਤਰਜੀਹ ਦਿੱਤੀ है। उन्होंने एक सतगुरां दे जो असी नाम सुनते हाँ विचारवाना पासों कि मालिक जिहड़ा है वो पतित पावन है, वो अंतरजामी है, वो जीवां दी राखी करन हारा है। ते भगत रविदास जी कहंदे हे मालिक जो पै हम ना पाप करंता अहे अनंता पतित पावन नाम कैसे हुंता। मालिक जी मैं पाप ही ना करदा ते तैनूं पतित पावन किन्ने आखना सी। जे पाप कीता है ते तू तेरा विरध है पतित पावन, ते तू अपने विरध दे नाल साडी लजपत रखी है ते तैनूं पतित पावन आखिया गया। जे पाप ही ना कमाउंदे ते तैनूं पतित पावन किन्ने आखना सी। कहंदे पाप कमाया ते तू जदों तेरे अगे फिर पाप हो गया है जाने अनजाने दे अंदर, ते फिर जदों तेरे अगे अरजोई कीती, तेरे अगे अर्ज कीती, एक तरस दे नाल तू साडी वो अर्ज नूं सुनिया। जिवें भाई नंद लाल जी कहंदे ना कि ये भाई जे किते तू जाने अनजाने दे अंदर गलत कर्म कर रहे ने, कोई पाप कमा लिया है, तो मालिक दे अगे आके अरजोई कर ते अगे वास्ते सुचेत हो। इवें नहीं अज अरजोई कर ली है तो कल नूं फिर पाप, परसों फिर अरजोई करके ते फिर चौथ पाप। कहंदे नहीं,
आगै समझ चलो नंद लाला, पाशे जो बीती सो बीती। कहते ये मालक दया का घर है, ये अपने सेवकां दे पापां नूं भी बख्श लैंदा है, ਜਿਹੜੇ आपा समर्पण करके अगे वास्ते सुचेत हो जाते ने। तुम जो नायक अशह अंतर जामी, प्रभ ते जन जानीजै, जन ते स्वामी। हे मालक तू पतित पावन है, तू साडा आगू है ते तू साडे दिलां दियां जाननहार है। असीं सिमरन तेरा करदे हां ते देख लै, जे साडे पाप नूं तू पवित्र ना कीता। ये हुण वो रब्बी रूह की रजोई है जिन्हें आपा अर्पण करता है। इवें नहीं भी अज आपा अर्पण किया है तो कल नूं फिर जड़ी मत है वो उत्थे दी उत्थे, सोच उत्थे दी उत्थे। कहते नहीं, भगत रविदास जी ने कहा हुण मैं आपा तैनूं अर्पण कर दिता है, तू पतित पावन है, तू साडा नायक है, तू दिलां दियां जाननहार है। ते मालक अज तो मैनू मेरे कर्मां नूं, मेरे कर्मां तो तेरी पछाण होनी है, ते जिवें दी तू मैनू मत देती उस मत तो फिर तेरी पछाण होवेगी कि ये भगत उस रब्बी प्यारे दा है। उन्होंने बचन कीते, कहते प्रभ ते जन जानीजे। हे मालक तेरे तो मेरी पछाण होनी है, जन ते स्वामी ते मेरे फिर कर्मा करके तेरी पछाण होनी है। तां करके मैं आपा तैनूं वारिया है, ते कृपा कर मेरे अंदर इवें दी हुण मत बख्शिश करी कि मैं कदे भी पाप वाल नूं ना जावां। साहिब कहंदे अखीरले बंद अंदर, हे मनुख मानस देह बहुर नह पावै। ये मनुखा जन्म पता नहीं फिर मिलना है कि नहीं मिलना। कशु उपाओ, कहंदे कुछ ते उपा कर, कोई कोशिश ते कर। कोशिश की करनी है? कहंदे मुक्त काओ कर रहे। कहंदे मुक्त होने वास्ते इन्हां विकारां तो, इन्हां पापां तो खलासी पाउण वास्ते कोई उपाओ कर, कोई मालक दी अरजोई मालक दे अगे आपा अर्पण कर, ताकि मालक तेरे ते त्रुठ के बख्शिश करे। नानक कहत गाए करुणा मैं, भाव सागर कै पात उतर रह। ते नौवें नानक ने बचन कीते। धन गुरु तेग बहादुर महाराज जी कहते, भाई इको ही राह है, वो करुणा मैं मालक प्रीतम। जे तू भाव सागर तो पार उतरना है ते भाई ओदे गुण गा लै, जो संगी है तेरा। साहिब कहते भाई वो मालक दे नाम दे नाल, ओदी सिमरती दे नाल, वो दीनां दा नाथ सगल पै भंजन, डर नूं खत्म करन हारा। कहते ओदी शरण दे अंदर आ जा, जे तू अपने जीवन नूं सफला बनाउणा है। पता नहीं मुड़ ये मनुखा जन्म साहिब कहते मिलना कि नहीं मिलना। गुरु कृपा करन। पावन शब्द के अंदर सतगुरां ने वार वार उदाहरणा दे करके सुचेत किया है। सतगुरु कृपा करन, बाणी पढ़द्या सुनद्या सुनाउंदियां विचार हिरदियां दे अंदर वस जावे, लोक परलोक सुहेला हो जावे। ये सतगुरां दे गौड़ी राग दे 9 शब्द सन। इस तो अगे कल नूं आपां आसा राग दा शब्द उहदी विचार साझे करांगे। पावन शब्द की विचार करदे आ बेअंत फुल्लां अणजाण दासरे जाणदियां फुल्लां चुक्कां दी खिमा बख्शिश करनी। सतगुरु कृपा करन। फतेह दी सांझ। वाहिगुरू जी का खालसा वाहिगुरू जी की